ਅੱਜ ਦੀ इस वीडियो ਦੇ ਵਿੱਚ ਅਸੀਂ 5 ਇਦਾਂ ਦੀਆਂ ਗਵਰਨਮੈਂਟ ਇਨਵੈਸਟਮੈਂਟ ਸਕੀਮਸ ਦੀ ਗੱਲ ਕਰਾਂਗੇ ਜਿਨ੍ਹਾਂ ਤੇ ਤੁਹਾਨੂੰ 10 ਤੋਂ 12% ਦਾ ਰਿਟਰਨ ਮਿਲ ਜਾਏਗਾ ਤੇ ਇਹਨਾਂ ਚੋਂ ਜ਼ਿਆਦਾਤਰ ਸਕੀਮਸ ਇਦਾਂ ਦੀਆਂ ਨੇ ਜਿਨ੍ਹਾਂ ਦੇ ਰਿਟਰਨ ਫਿਕਸਡ ਨੇ ਤੇ ਕਿਉਂਕਿ ਇਹ ਸਕੀਮ ਸਰਕਾਰੀ ਨੇ ਤਾਂ ਇਹ 100% ਸੇਫ ਨੇ, ਮਤਲਬ ਕਿ ਇਹਨਾਂ ਦੇ ਡਿਫਾਲਟ ਹੋਣ ਦੇ ਚਾਂਸਸ ਜ਼ੀਰੋ ਨੇ। ਤਾਂ ਸਾਡੀ ਸਭ ਤੋਂ ਪਹਿਲੀ ਸਕੀਮ ਹੈ ਸੁਕੰਨਿਆ ਸਮਰਿद्धि ਸਕੀਮ। ਹਾਲਾਂਕਿ ਅਸੀਂ ਇਹਦੇ ਤੇ ਇੱਕ ਡਿਟੇਲਡ ਵੀਡੀਓ ਬਣਾਈ ਹੈ ਬਟ ਫਿਰ ਵੀ ਥੋੜਾ ਜਿਹਾ ਬਰੀਫਲੀ ਐਕਸਪਲੇਨ ਕਰ ਦੇਣਾ। ਸੁਕੰਨਿਆ ਸਮਰਿद्धि ਸਕੀਮ ਸਰਕਾਰ ਦੀ ਇੱਕ ਇਦਾਂ ਦੀ ਸਕੀਮ ਹੈ ਜਿਹਦੇ ਵਿੱਚ ਕੋਈ ਵੀ ਆਪਣੀ ਬੇਟੀ ਲਈ ਇਨਵੈਸਟ ਕਰ ਸਕਦਾ ਹੈ। ਬੇਸਿਕਲੀ ਸਕੀਮ ਦੇ ਵਿੱਚ ਬੇਟੀ ਦੇ 10 ਸਾਲ ਦੀ ਉਮਰ ਤੱਕ ਇਨਵੈਸਟ ਕੀਤਾ ਜਾ ਸਕਦਾ ਹੈ, ਮਤਲਬ ਕਿ ਕੋਈ ਵੀ ਪੇਰੈਂਟਸ ਆਪਣੀ ਬੇਟੀ ਦੇ 0 ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਇਨਵੈਸਟ ਕਰ ਸਕਦਾ ਹੈ। ਕਰੰਟਲੀ ਸੁਕੰਨਿਆ ਸਮਰਿद्धि ਸਕੀਮ ਤੇ 8% ਦਾ ਇੰਟਰਸਟ ਰੇਟ ਮਿਲ ਰਿਹਾ ਹੈ, ਬਟ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇੰਟਰਸਟ ਰੇਟ ਹਰ ਕੁਆਟਰ ਚੇਂਜ ਹੁੰਦਾ ਰਹਿੰਦਾ ਹੈ ਤੇ ਫਿਲਹਾਲ ਇਹ 8% ਚੱਲ ਰਿਹਾ ਹੈ। ਹੁਣ ਇੱਥੇ ਬਹੁਤ ਸਾਰੇ ਲੋਕਾਂ ਦਾ ਡਾਊਟ ਆਉਂਦਾ ਵੀ ਜੇਕਰ ਅਸੀਂ 8% ਤੇ ਇੱਕ ਵਾਰ ਇਨਵੈਸਟ ਕਰਤਾ ਕਿ ਸਾਡਾ ਇੰਟਰਸਟ ਰੇਟ ਵੀ ਹਰ ਕੁਆਟਰ ਚੇਂਜ ਹੋਏਗਾ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਦਾਂ ਬਿਲਕੁਲ ਵੀ ਨਹੀਂ ਹੈ। ਜੇਕਰ ਤੁਸੀਂ ਇੱਕ ਵਾਰ ਇਸ ਸਕੀਮ ਦੇ ਵਿੱਚ 8% ਇੰਟਰਸਟ ਰੇਟ ਤੇ ਵੜ ਕੇ ਤਾਂ ਤੁਹਾਡਾ ਇੰਟਰਸਟ ਰੇਟ ਫਿਕਸ ਹੋ ਜਾਏਗਾ। ਤਾਂ ਇੱਥੇ ਇਹ ਵੀ ਧਿਆਨ ਰੱਖਣ ਯੋਗ ਗੱਲ ਹੈ ਕਿ ਅੱਜ ਦੇ ਟਾਈਮ ਤੇ ਇਹ ਬੈਸਟ ਮੌਕਾ ਹੈ ਇਸ ਸਕੀਮ ਦੇ ਵਿੱਚ ਇਨਵੈਸਟ ਕਰਨ ਦਾ। ਇਸ ਸਕੀਮ ਦਾ ਸਭ ਤੋਂ ਬੈਸਟ ਪਾਰਟ ਇਹ ਹੈ ਕਿ ਇਹ ਸਕੀਮ ਹਰ ਸਟੇਜ ਤੇ ਟੈਕਸ ਐਗਜ਼ੈਂਪਟ ਹੈ। ਇਹਦਾ ਮਤਲਬ ਇਹ ਹੈ ਕਿ ਇਸ ਸਕੀਮ ਦੇ ਵਿੱਚ ਜੋ ਵੀ ਪੇਰੈਂਟ ਇਨਵੈਸਟ ਕਰਨਗੇ ਉਹ ਸੈਕਸ਼ਨ 80C ਦੇ ਅੰਡਰ ਟੈਕਸ ਬੈਨੀਫਿਟ ਲੈ ਸਕਦੇ ਆ। ਤੁਸੀਂ ਆਪਣੀ ਇਸ ਇਨਵੈਸਟਮੈਂਟ ਨੂੰ ਐਜ਼ ਅ ਡਿਡਕਸ਼ਨ ਦਿਖਾ ਸਕਦੇ ਹੋ ਆਪਣੀ ਟੈਕਸੇਬਲ ਇਨਕਮ ਦੇ ਵਿੱਚੋਂ ਤੇ ਇਸ ਇਨਵੈਸਟਮੈਂਟ ਤੇ ਜੋ ਰਿਟਰਨ ਮਿਲੇਗਾ ਉਹਦੇ ਤੇ ਵੀ ਤੁਹਾਨੂੰ ਕੋਈ ਟੈਕਸ ਨਹੀਂ ਲੱਗੇਗਾ। ਤੇ ਫਾਈਨਲੀ ਜਦੋਂ ਤੁਹਾਡੀ ਬੇਟੀ 21 ਸਾਲ ਦੀ ਹੋ ਜਾਏਗੀ ਤੇ ਉਹਨੂੰ ਜਿੰਨਾ ਵੀ ਕਾਪਸ ਮਿਲੇਗਾ ਉਹਨੂੰ ਵੀ ਕੋਈ ਟੈਕਸ ਨਹੀਂ ਦੇਣਾ ਪਏਗਾ। ਇੰਡੀਆ ਦੇ ਵਿੱਚ ਇਦਾਂ ਦੀਆਂ ਬਹੁਤ ਹੀ ਘੱਟ ਸਕੀਮਸ ਨੇ ਜੋ ਇਦਾਂ ਦੇ ਟੈਕਸ ਬੈਨੀਫਿਟਸ ਦਿੰਦੀਆਂ ਨੇ ਤੇ ਜਿਹੜੀਆਂ ਇਦਾਂ ਦੇ ਟੈਕਸ ਬੈਨੀਫਿਟਸ ਦਿੰਦੀਆਂ ਨੇ ਉਹਨਾਂ ਦੇ ਫਿਰ ਰਿਟਰਨ ਬਹੁਤ ਘੱਟ ਹੁੰਦੇ ਆ। ਹੁਣ ਕਿਉਂਕਿ ਇਸ ਸਕੀਮ ਤੇ ਸਾਨੂੰ ਹਰ ਸਟੇਜ ਤੇ ਟੈਕਸ ਬੈਨੀਫਿਟ ਮਿਲ ਰਿਹਾ ਤਾਂ ਸਾਡੇ ਓਵਰਆਲ ਰਿਟਰਨਸ 8% ਤੋਂ ਵੀ ਕਿਤੇ ਜ਼ਿਆਦਾ ਵੱਧ ਹੋ ਜਾਂਦੇ ਆ। ਸਾਡੀ ਅਗਲੀ ਜ਼ੀਰੋ ਰਿਸਕ ਸਕੀਮ ਹੈ ਅਟਲ ਪੈਨਸ਼ਨ ਯੋਜਨਾ। ਜਿਵੇਂ ਕਿ ਇਸ ਸਕੀਮ ਦੇ ਨਾਮ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਸਕੀਮ ਇੱਕ ਪੈਨਸ਼ਨ ਸਕੀਮ ਹੈ ਜਿਹਦੇ ਵਿੱਚ ਤੁਹਾਡੀ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਇੱਕ ਫਿਕਸਡ ਇਨਕਮ ਮਿਲਣੀ ਸ਼ੁਰੂ ਹੋ ਜਾਂਦੀ ਹੈ। ਬੇਸਿਕਲੀ ਇਹ ਸਕੀਮ ਟਾਰਗੇਟ ਕਰਦੀ ਹੈ ਅੰਡਰ ਪ੍ਰਿਵਿਲੇਜਡ ਲੋਕਾਂ ਨੂੰ ਜਾਂ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਅਨਰਿਕਗਨਾਈਜ਼ਡ ਸੈਕਟਰਸ ਦੇ ਵਿੱਚ ਕੰਮ ਕਰਦੇ ਆ। ਵੈਸੇ ਤਾਂ 18 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਕੋਈ ਵੀ ਇਹਦੇ ਵਿੱਚ ਇਨਵੈਸਟ ਕਰ ਸਕਦਾ ਹੈ, ਬਟ ਜੇਕਰ ਤੁਸੀਂ ਇੱਕ ਰੈਗੂਲਰ ਟੈਕਸ ਪੇਅਰ ਹੋ ਤਾਂ ਤੁਸੀਂ ਇਹਦੇ ਵਿੱਚ ਇਨਵੈਸਟ ਨਹੀਂ ਕਰ ਸਕਦੇ। ਅੱਜ ਤੇ ਤੁਹਾਨੂੰ ਬ੍ਰੌਡਲੀ ਦਿਖ ਜਾਏਗਾ ਕਿ ਕਿੰਨੇ ਪੈਸੇ ਇਨਵੈਸਟ ਕਰਕੇ ਤੁਹਾਨੂੰ ਮੰਥਲੀ ਕਿੰਨੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਏਗੀ। ਫੋਰ ਐਗਜ਼ਾਮਪਲ ਜੇਕਰ ਤੁਹਾਡੀ ਉਮਰ ਅੱਜ 20 ਸਾਲ ਹੈ ਤੇ ਤੁਸੀਂ 198 ਰੁਪਏ ਪ੍ਰਤੀ ਮਹੀਨਾ ਇਨਵੈਸਟ ਕਰਦੇ ਹੋ ਤਾਂ ਜਦੋਂ ਤੁਹਾਡੀ ਉਮਰ 60 ਸਾਲ ਦੀ ਹੋਏਗੀ ਤਾਂ ਤੁਹਾਨੂੰ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਏਗੀ। ਜੇਕਰ ਰਿਟਰਨਸ ਦੀ ਗੱਲ ਕਰੀਏ ਤਾਂ ਵੈਸੇ ਤਾਂ ਇਸ ਸਕੀਮ ਦੇ ਰਿਟਰਨਸ ਕਰਨਾ ਥੋੜਾ ਕੰਪਲਿਕੇਟਡ ਹੈ, ਬਟ ਰਿਪੋਰਟਸ ਦੀ ਮੰਨੀਏ ਤਾਂ ਇਹ ਸਕੀਮ ਤੁਹਾਨੂੰ 10 ਤੋਂ 11% ਤੱਕ ਦਾ ਰਿਟਰਨ ਦਿੰਦੀ ਹੈ। ਸੁਕੰਨਿਆ ਸਮਰਿद्धि ਸਕੀਮ ਦੀ ਤਰ੍ਹਾਂ ਇਹ ਸਕੀਮ ਵੀ ਤੁਹਾਨੂੰ ਟੈਕਸ ਬੈਨੀਫਿਟ ਦਿੰਦੀ ਹੈ। ਇਨਫੈਕਟ ਇਸ ਸਕੀਮ ਤੇ ਤੁਸੀਂ ਸੈਕਸ਼ਨ 80CCD1 ਦੇ ਅੰਡਰ ਐਡੀਸ਼ਨਲੀ 50000 ਤੱਕ ਦਾ ਬੈਨੀਫਿਟ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਸੈਕਸ਼ਨ 80C ਦੇ ਅੰਡਰ ਵੀ ਤੁਹਾਨੂੰ ਟੈਕਸ ਬੈਨੀਫਿਟ ਮਿਲਦਾ ਤੇ ਜੇਕਰ ਤੁਸੀਂ ਇਹ ਸਾਰੇ ਬੈਨੀਫਿਟਸ ਐਡ ਕਰ ਲੈਂਦੇ ਹੋ ਤਾਂ ਤੁਹਾਡੇ ਟੋਟਲ ਰਿਟਰਨ 10-11% ਤੋਂ ਕਿਤੇ ਜ਼ਿਆਦਾ ਵੱਧ ਜਾਂਦੇ ਆ। ਸਾਡੀ ਅਗਲੀ ਸਕੀਮ ਹੈ ਨੈਸ਼ਨਲ ਪੈਨਸ਼ਨ ਸਕੀਮ। ਪਿਛਲੀਆਂ ਦੋ ਸਕੀਮਾਂ ਦੀ ਤਰ੍ਹਾਂ ਇਹ ਸਕੀਮ ਤੁਹਾਨੂੰ ਫਿਕਸ ਰਿਟਰਨ ਨਹੀਂ ਦਿੰਦੀ, ਇਹਦੇ ਰਿਟਰਨ ਮਿਊਚੁਅਲ ਫੰਡਸ ਦੀ ਤਰ੍ਹਾਂ ਚੇਂਜ ਹੁੰਦੇ ਰਹਿੰਦੇ ਆ। ਨੈਸ਼ਨਲ ਪੈਨਸ਼ਨ ਸਕੀਮ ਸਰਕਾਰ ਦੀ ਇੱਕ ਇਦਾਂ ਦੀ ਸਕੀਮ ਹੈ ਜਿਹਦੇ ਵਿੱਚ ਤੁਸੀਂ ਖੁਦ ਡਿਸਾਈਡ ਕਰ ਸਕਦੇ ਹੋ ਵੀ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋਏਗਾ ਤੇ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਤੁਹਾਡਾ ਪੂਰਾ ਪੈਸਾ ਵਾਪਸ ਮਿਲ ਜਾਏਗਾ, ਜਿਹਦੇ ਵਿੱਚੋਂ 60% ਤੁਹਾਨੂੰ ਲੰਮਸਮ ਵਾਪਸ ਮਿਲ ਜਾਂਦਾ ਤੇ 40% ਐਨੂਟੀ ਯਾਨੀ ਕਿ ਮੰਥਲੀ ਇਨਕਮ ਦੇ ਰੂਪ ਦੇ ਵਿੱਚ ਵਾਪਸ ਮਿਲਦਾ। ਇਹ ਜਿਹੜਾ 60% ਲੰਮਸਮ ਤੁਹਾਨੂੰ ਅਮਾਊਂਟ ਮਿਲੇਗਾ ਇਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ ਤੇ ਬਾਕੀ ਦਾ ਜਿਹੜਾ 40% ਐਨੂਟੀ ਯਾਨੀ ਕਿ ਮੰਥਲੀ ਇਨਕਮ ਦੇ ਰੂਪ ਦੇ ਵਿੱਚ ਮਿਲੇਗਾ ਉਹਦੇ ਤੇ ਤੁਹਾਨੂੰ ਨਾਰਮਲ ਟੈਕਸ ਦੇਣਾ ਪਏਗਾ। ਨੈਸ਼ਨਲ ਪੈਨਸ਼ਨ ਸਕੀਮਸ ਦੇ ਵਿੱਚ ਤੁਹਾਡੇ ਪੈਸੇ ਦਾ ਕੁਝ ਹਿੱਸਾ ਯਾਨੀ ਕਿ 50 ਤੋਂ ਲੈ ਕੇ 75% ਤੱਕ ਇਕੁਇਟੀ ਦੇ ਵਿੱਚ ਇਨਵੈਸਟ ਹੋ ਜਾਂਦਾ ਤੇ ਬਾਕੀ ਦਾ ਬਚਿਆ ਕੁਝ ਪੈਸਾ ਗਵਰਨਮੈਂਟ ਬੌਂਡਸ ਤੇ ਐਫਡੀ ਵਗੈਰਾ ਦੇ ਵਿੱਚ ਇਨਵੈਸਟ ਹੋ ਜਾਂਦਾ ਜੋ ਕਿ ਰਿਲੇਟਿਵਲੀ ਕਾਫੀ ਸੇਫ ਹੈ। ਨੈਸ਼ਨਲ ਪੈਨਸ਼ਨ ਸਕੀਮ ਦੇ ਇਕੁਇਟੀ ਫੰਡਸ ਨੇ ਪਿਛਲੇ 5 ਸਾਲਾਂ ਦੇ ਵਿੱਚ 13 ਤੋਂ 14% ਦਾ CAGR ਦਿੱਤਾ ਹੈ ਜੋ ਕਿ ਕਿਤੇ ਨਾ ਕਿਤੇ ਨਿਫਟੀ 50 ਇੰਡੈਕਸ ਫੰਡਸ ਦੇ ਆਲਮੋਸਟ ਕਰੀਬ ਹੀ ਹੈ। ਬਾਕੀ ਕੰਪੋਨੈਂਟ ਜਿਵੇਂ ਕਿ ਕਾਰਪੋਰੇਟ ਜਾਂ ਫਿਰ ਗਵਰਨਮੈਂਟ ਬੌਂਡਸ ਦਾ ਰਿਟਰਨ ਯੂਜ਼ਲੀ 6 ਤੋਂ 8% ਦੀ ਰੇਂਜ 'ਚ ਰਹਿੰਦਾ ਹੈ। ਸੋ ਓਵਰਆਲ ਨੈਸ਼ਨਲ ਪੈਨਸ਼ਨ ਸਕੀਮ ਤੇ ਸਾਨੂੰ 9 ਤੋਂ 11% ਦੀ ਰੇਂਜ ਦੇ ਵਿੱਚ ਰਿਟਰਨ ਮਿਲਦੇ ਨੇ, ਬਟ ਐਂ ਥੋੜਾ ਬਹੁਤ ਉੱਪਰ ਨੀਚੇ ਚੱਲਦਾ ਰਹਿੰਦਾ, ਡਿਪੈਂਡ ਕਰਦਾ ਮਾਰਕੀਟ ਕੰਡੀਸ਼ਨਸ ਤੇ ਟਾਈਮ ਦੇ ਨਾਲ ਚੇਂਜ ਹੁੰਦਾ ਰਹਿੰਦਾ। ਹੁਣ ਇੱਥੇ ਬਹੁਤ ਸਾਰੇ ਲੋਕ ਸੋਚ ਰਹੇ ਹੋਣਗੇ ਕਿ ਅਸੀਂ 2 ਸਾਲ ਪਹਿਲਾਂ ਨੈਸ਼ਨਲ ਪੈਨਸ਼ਨ ਸਕੀਮ ਦੇ ਵਿੱਚ ਇਨਵੈਸਟ ਕੀਤਾ ਸੀ, ਸਾਨੂੰ ਤਾਂ 3-4% ਰਿਟਰਨ ਮਿਲ ਰਿਹਾ, ਇੱਥੇ 9-10% ਦੀ ਗੱਲ ਹੋ ਰਹੀ ਹੈ। ਤਾਂ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ 9-10% ਤੁਹਾਨੂੰ ਕੁਝ ਟਾਈਮ ਬਾਅਦ ਮਿਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਸ਼ਾਰਟ ਟਰਮ ਦੇ ਵਿੱਚ ਮਾਰਕੀਟ ਹਮੇਸ਼ਾ ਅਨਸਟੇਬਲ ਹੁੰਦੀ ਹੈ, ਲੌਂਗ ਟਰਮ ਦੇ ਵਿੱਚ ਜਾ ਕੇ ਥੋੜੀ ਸਮੂਥ ਹੋ ਜਾਂਦੀ ਹੈ। ਪਿਛਲੀਆਂ ਦੋ ਸਕੀਮਾਂ ਦੀ ਤਰ੍ਹਾਂ ਨੈਸ਼ਨਲ ਪੈਨਸ਼ਨ ਸਕੀਮ ਤੇ ਵੀ ਤੁਹਾਨੂੰ ਕਾਫੀ ਟੈਕਸ ਬੈਨੀਫਿਟ ਮਿਲਦੇ ਆ ਜਿਹਦੇ ਕਰਕੇ ਸਕੀਮ ਹੋਰ ਵੀ ਜ਼ਿਆਦਾ ਅਟਰੈਕਟਿਵ ਹੋ ਜਾਂਦੀ ਹੈ। ਇਸ ਸਕੀਮ ਤੇ ਬੇਸਿਕਲੀ ਤੁਹਾਨੂੰ 3 ਤਰੀਕੇ ਦੇ ਟੈਕਸ ਬੈਨੀਫਿਟ ਮਿਲਦੇ ਆ। ਪਹਿਲਾ ਸੈਕਸ਼ਨ 80C, ਦੂਸਰਾ ਸੈਕਸ਼ਨ 80CCD1 ਜਿਹਦੇ ਤੁਹਾਨੂੰ 50000 ਤੱਕ ਦਾ ਬੈਨੀਫਿਟ ਮਿਲ ਜਾਂਦਾ ਜਿਹਨੂੰ ਕਿ ਅਸੀਂ ਟੀਅਰ 1 ਅਕਾਊਂਟ ਵੀ ਬੋਲਦੇ ਹਾਂ, ਤੇ ਤੀਸਰਾ ਸੈਕਸ਼ਨ 80CCD2 ਜਿਹਦੇ ਤੁਹਾਨੂੰ ਤੁਹਾਡੀ ਬੇਸਿਕ ਸੈਲਰੀ ਦੇ 10% ਤੱਕ ਦਾ ਬੈਨੀਫਿਟ ਮਿਲ ਜਾਂਦਾ। ਸਾਡੀ ਅਗਲੀ ਰეკਮੈਂਡੇਸ਼ਨ ਹੈ PF ਪ੍ਰੋਵੀਡੈਂਟ ਫੰਡ। ਤੇ ਇੱਥੇ ਗੱਲ ਧਿਆਨ ਰੱਖਿਓ ਕਿ ਇੱਥੇ ਅਸੀਂ PF ਦੀ ਗੱਲ ਕਰ ਰਹੇ ਹਾਂ ਨਾ ਕਿ PPF ਦੀ। ਤੇ ਇਹ ਸਕੀਮ ਉਹਨਾਂ ਲੋਕਾਂ ਲਈ ਹੈ ਜਿਹੜੇ ਕਿਤੇ ਨਾ ਕਿਤੇ ਇੰਪਲੋਇਡ ਹੈ। ਬਹੁਤ ਵਾਰ ਜਿਹੜੇ ਲੋਕ ਵਰਕਿੰਗ ਹੈ ਉਹ ਸਾਡੇ ਤੋਂ ਪੁੱਛਦੇ ਆ ਕਿ ਸਾਨੂੰ PF ਦੇ ਵਿੱਚ ਇਨਵੈਸਟ ਕਰਨ ਦਾ ਆਪਸ਼ਨ ਮਿਲ ਰਿਹਾ ਤਾਂ ਸਾਨੂੰ ਕਿੰਨਾ ਇਨਵੈਸਟ ਕਰਨਾ ਚਾਹੀਦਾ, ਤਾਂ ਉੱਥੇ ਸਾਡੀ ਰეკਮੈਂਡੇਸ਼ਨ ਹੁੰਦੀ ਹੈ ਵੱਧ ਤੋਂ ਵੱਧ। ਹੁਣ ਉਹ ਕਿਉਂ, ਇਹ ਵੀ ਤੁਹਾਨੂੰ ਐਕਸਪਲੇਨ ਕਰ ਦਿੰਦਾ। ਇੱਥੇ ਇੱਕ ਤਾਂ PF ਦੇ ਵਿੱਚ ਕਰੰਟਲੀ 8.15% ਦਾ ਰਿਟਰਨ ਮਿਲ ਰਿਹਾ ਹੈ ਜੋ ਕਿ ਫਿਕਸ ਰਿਟਰਨ ਸਕੀਮਸ ਦੇ ਤੌਰ ਤੇ ਦੇਖਿਆ ਜਾਵੇ ਤਾਂ ਬਹੁਤ ਹੀ ਵਧੀਆ। ਤੇ ਦੂਜੀ ਚੀਜ਼ ਹੈ ਕਿ PF ਦੇ ਵਿੱਚ ਸਿਰਫ 5 ਸਾਲ ਦਾ ਲੌਕ ਇਨ ਹੁੰਦਾ ਹੈ
ਜੇਕਰ ਗਵਰਨਮੈਂਟ ਦੀਆਂ ਬਾਕੀ ਸਾਰੀਆਂ ਫਿਕਸ ਰਿਟਰਨ ਸਕੀਮਸ ਨੂੰ ਦੇਖਿਆ ਜਾਵੇ ਉਹਨਾਂ ਦੇ ਵਿੱਚੋਂ ਸਭ ਤੋਂ ਬੈਸਟ ਹੈ। ਫੋਰ ਐਗਜ਼ਾਮਪਲ ਪੀਪੀਐਫ ਦੇ ਵਿੱਚ 15 ਸਾਲ ਦਾ ਲੌਕ ਇਨ ਹੁੰਦਾ ਹੈ, ਨੈਸ਼ਨਲ ਪੈਨਸ਼ਨ ਸਕੀਮਸ ਦੇ ਵਿੱਚ ਤਾਂ 60 ਸਾਲ ਦੀ ਉਮਰ ਤੱਕ ਦਾ ਲੌਕ ਇਨ ਹੁੰਦਾ ਹੈ ਤੇ ਸੁਕੰਨਿਆ ਸਮਰਿੱਧੀ ਸਕੀਮ ਦੇ ਵਿੱਚ ਵੀ ਘੱਟੋ ਘੱਟ 15 ਤੋਂ 20 ਸਾਲ ਤੱਕ ਦਾ ਲੌਕ ਇਨ ਹੁੰਦਾ ਹੈ। ਤੇ ਤੀਸਰਾ ਪੁਆਇੰਟ ਹੈ ਕਿ ਬਾਕੀ ਸਕੀਮਸ ਦੀ ਤਰ੍ਹਾਂ ਪੀਐਫ ਤੇ ਵੀ ਤੁਹਾਨੂੰ ਟੈਕਸ ਬੈਨੀਫਿਟ ਮਿਲਦੇ ਆ ਅੰਡਰ ਸੈਕਸ਼ਨ 80C, ਜਿਹਦੇ ਚੱਲਦੇ ਹੋਏ ਤੁਹਾਡੇ ਰਿਟਰਨਸ ਹੋਰ ਵੀ ਬੈਟਰ ਹੋ ਜਾਂਦੇ ਆ। ਮੈਂ ਖੁਦ 5 ਤੋਂ 7 ਸਾਲ ਜੌਬ ਕਰੀ ਆ ਤੇ ਮੇਰੀ ਸੈਲਰੀ ਚੋਂ ਆਟੋਮੈਟਿਕਲੀ ਪੈਸਾ ਪੀਐਫ ਅਕਾਊਂਟ ਦੇ ਵਿੱਚ ਕੱਟਿਆ ਜਾਂਦਾ ਸੀ। ਪਹਿਲੇ 2-3 ਮਹੀਨੇ ਤਾਂ ਇਹ ਚੀਜ਼ ਕਾਫੀ ਚੁਭਦੀ ਹੈ, ਬਟ ਇਵੈਂਚੁਅਲੀ ਹੌਲੀ-ਹੌਲੀ ਆਦਤ ਪੈ ਗਈ ਸੈਲਰੀ ਨੂੰ ਮੈਨੇਜ ਕਰਨ ਦੀ ਤੇ ਦੇਖਦੇ ਹੀ ਦੇਖਦੇ 5 ਤੋਂ 7 ਸਾਲਾਂ ਦੇ ਵਿੱਚ ਪੀਐਫ ਅਕਾਊਂਟ ਦੇ ਵਿੱਚ ਕਾਫੀ ਅੱਛਾ ਖਾਸਾ ਬੈਲੈਂਸ ਜੁੜ ਗਿਆ ਸੀ। ਇਹ ਪਾਵਰ ਹੁੰਦੀ ਹੈ ਪ੍ਰੋਵੀਡੈਂਟ ਫੰਡ ਦੀ। ਜੇਕਰ ਤੁਸੀਂ ਟੈਕਸ ਬੈਨੀਫਿਟ ਵੀ ਐਡ ਕਰ ਲੈਂਦੇ ਹੋ ਤਾਂ ਇਹ ਪੀਐਫ ਇਨਵੈਸਟਮੈਂਟ ਐਫਡੀ ਤੋਂ ਕਿਤੇ ਜ਼ਿਆਦਾ ਬੈਟਰ ਹੈ ਤੇ ਐਫਡੀ ਤੋਂ ਕਿਤੇ ਜ਼ਿਆਦਾ ਸੇਫ ਵੀ ਹੈ, ਕਿਉਂਕਿ ਇਹ 100% ਗਵਰਨਮੈਂਟ ਬੈਕਡ ਸਕੀਮ ਹੈ। ਤੇ ਸਾਡੀ ਲਾਸਟ ਜ਼ੀਰੋ ਰਿਸਕ ਸਕੀਮ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਸਕੀਮ ਸੀਨੀਅਰ ਸਿਟੀਜ਼ਨਸ ਲਈ ਹੈ ਤੇ ਇਸ ਸਕੀਮ ਦਾ ਸਭ ਤੋਂ ਬੈਸਟ ਪਾਰਟ ਹੈ ਇਹ ਹੈ ਕਿ ਇਸ ਸਕੀਮ ਤੇ ਕਰੰਟਲੀ 8.2% ਦਾ ਰਿਟਰਨ ਮਿਲ ਰਿਹਾ ਹੈ, ਉਹ ਵੀ ਟੈਕਸ ਬੈਨੀਫਿਟਸ ਦੇ ਨਾਲ। ਇਨਫੈਕਟ ਇਸ ਸਕੀਮ ਦੇ ਵਿੱਚ ਇਨਵੈਸਟ ਕਰਕੇ ਤੁਸੀਂ ਆਪਣੇ ਪੇਰੈਂਟਸ ਦੇ ਲਈ 40,000 ਦੀ ਮੰਥਲੀ ਪੈਸਿਵ ਇਨਕਮ ਜਨਰੇਟ ਕਰ ਸਕਦੇ ਹੋ। ਸੱਚ ਦੱਸਾਂ ਤਾਂ ਇਸ ਸਕੀਮ ਦੇ ਵਿੱਚ ਇੰਨਾ ਕੁਝ ਹੈ ਦੱਸਣ ਨੂੰ ਕਿ ਸਾਨੂੰ ਅਲੱਗ ਤੋਂ ਇੱਕ ਵੀਡੀਓ ਬਣਾਉਣੀ ਪਏਗੀ, ਪਰ ਤੁਸੀਂ ਟੈਨਸ਼ਨ ਨਾ ਲਓ, ਅਸੀਂ ਆਲਰੇਡੀ ਇਹਦੇ ਤੇ ਇੱਕ ਡਿਟੇਲਡ ਵੀਡੀਓ ਬਣਾ ਦਿੱਤੀ ਹੈ ਜੋ ਕਿ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਬਾਕੀ ਤੁਸੀਂ ਇਹਨਾਂ ਸਕੀਮਸ ਦੇ ਵਿੱਚੋਂ ਕਿਹੜੀ ਦੇ ਵਿੱਚ ਇਨਵੈਸਟ ਕਰਨ ਬਾਰੇ ਸੋਚ ਰਹੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕਿਫਾਇਤੀ।